ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਬੜੇ ਸਮੇਂ ਪਹਿਲਾਂ ਦੀ ਗੱਲ ਹੈ। ਇੱਕ ਬੀਬੀ ਸਰਬਜੀਤ ਕੌਰ ਇੱਕ ਮਹਾਨ ਮਹਾਂਪੁਰਖ ਕੋਲ ਆਈ ਅਤੇ ਬੇਨਤੀ ਕੀਤੀ ਕਿ ਬਾਬਾ ਜੀ, ਮੇਰਾ ਛੋਟਾ ਵੀਰ, ਜਿਸ ਨੂੰ ਨਾ ਤੇ ਕੰਨਾਂ ਤੋਂ ਸੁਣਦਾ ਹੈ ਅਤੇ ਨਾ ਹੀ ਉਹ ਆਪਣੀ ਗੱਲ ਬੋਲ ਕੇ ਕਿਸੇ ਨੂੰ ਦੱਸ ਸਕਦਾ ਹੈ, ਚੰਗੀ ਤਰ੍ਹਾਂ ਚੱਲਿਆ ਵੀ ਨਹੀਂ ਜਾਂਦਾ, ਉਸ ਕੋਲੋਂ ਦਿਮਾਗੀ ਤੌਰ 'ਤੇ ਵੀ ਬਾਹਲਾ ਹੀ ਸਿਧਰਾ ਜਿਹਾ ਹੈ। ਜਦੋਂ ਤਾਂ ਮੈਂ ਪੇਕੇ ਘਰ ਵਿੱਚ ਸੀ ਤਾਂ ਥੋੜ੍ਹੀ ਬਹੁਤੀ ਸੇਵਾ ਉਸ ਦੀ ਕਰ ਲੈਂਦੀ ਸਾਂ। ਹੁਣ ਮੈਂ ਸਹੁਰੇ ਘਰ ਹਾਂ ਅਤੇ ਉਸ ਦੀ ਸੇਵਾ ਵੀ ਨਹੀਂ ਕਰ ਸਕਦੀ। ਮੇਰੀ ਮਾਤਾ ਜੀ ਵੀ ਬਹੁਤ ਬਜ਼ੁਰਗ ਨੇ। ਮੈਂ ਕਈ ਦਿਨਾਂ ਦੀ ਸੋਚ ਉਪਰੰਤ ਅੱਜ ਤੁਹਾਡੇ ਕੋਲ ਆਈ ਕਿ ਜੇਕਰ ਤੁਸੀਂ ਆਗਿਆ ਦੇਵੋ ਤਾਂ ਮੈਂ ਆਪਣੇ ਛੋਟੇ ਵੀਰ ਨੂੰ ਇੱਥੇ ਹੀ ਗੁਰਦੁਆਰਾ ਸਾਹਿਬ ਲੈ ਆਵਾਂ। ਇੱਥੇ ਆਉਣ ਨਾਲ ਇੱਕ ਤਾਂ ਉਹ ਢਿੱਡ ਭਰ ਕੇ ਰੋਟੀ ਖਾਏਗਾ, ਦੂਸਰਾ ਮੈਂ ਵੀ ਦੂਜੇ ਚੌਥੇ ਦਿਨ ਉਸ ਦੀ ਖਬਰ ਲੈ ਜਾਇਆ ਕਰੂੰਗੀ। ਬਾਬਾ ਜੀ ਉਸ ਬੀਬੀ ਦੀ ਗੱਲ ਸੁਣ ਕੇ ਪੁੱਛਣ ਲੱਗੇ ਕਿ ਉਸ ਦੀ ਉਮਰ ਕਿੰਨੀ ਕੁ ਹੈ। ਬੀਬੀ ਨੇ ਕਿਹਾ ਕਿ ਉਸ ਦੀ ਉਮਰ 40 ਸਾਲ ਹੈ। ਬਾਬਾ ਜੀ ਕਹਿਣ ਲੱਗੇ ਕਿ ਗੁਰੂ ਘਰ ਤਾਂ ਹੈ ਹੀ ਨਿਮਾਣਿਆਂ ਦਾ ਮਾਣ ਅਤੇ ਨਿਤਾਣਿਆਂ ਦਾ ਤਾਣ। ਇਹ ਤਾਂ ਹੈ ਹੀ ਨਿਆਸਰਿਆਂ ਦਾ ਆਸਰਾ। ਜੇ ਇਸ ਘਰ ਵੀ ਉਸ ਨੂੰ ਆਸਰਾ ਨਾ ਮਿਲਿਆ ਤਾਂ ਹੋਰ ਕਿਹੜਾ ਦਰ ਹੈ ਜਿੱਥੇ ਬੇਆਸਰਿਆਂ ਨੇ ਆਸਰਾ ਪਾਲਣਾ ਹੈ। ਤੁਸੀਂ ਨਿਸ਼ਚਿੰਤ ਹੋ ਕੇ ਉਸ ਨੂੰ ਇੱਥੇ ਲੈ ਆਓ। ਸਾਡੇ ਵਾਲੇ ਜਿੰਨੀ ਵੀ ਸੇਵਾ ਹੋ ਸਕੇਗੀ ਉਸ ਦੀ ਕਰਾਂਗੇ। ਬਾਬਾ ਜੀ ਦਾ ਇਹ ਬਚਨ ਸੁਣ ਕੇ ਬੀਬੀ ਅਗਲੇ ਦਿਨ ਹੀ ਆਪਣੇ ਪੇਕੇ ਉਸ ਨੂੰ ਲੈਣ ਚਲੀ ਗਈ ਅਤੇ ਲਿਆ ਕੇ ਬਾਬਾ ਜੀ ਦੇ ਹਵਾਲੇ ਕਰ ਦਿੱਤਾ। ਬਾਬਾ ਜੀ ਨੇ ਉਸ ਨੂੰ ਜਲ ਪਾਣੀ ਪ੍ਰਸ਼ਾਦਾ ਛਕਾਇਆ। ਜਦ 8 ਕੁ ਪ੍ਰਸ਼ਾਦੇ ਉਸਨੇ ਛਕ ਲਏ ਤਾਂ ਭਾਈ ਸਾਹਿਬ ਜੋ ਲੰਗਰ ਦੀ ਸੇਵਾ ਕਰ ਰਹੇ ਸਨ, ਬਾਬਾ ਜੀ ਉਸ ਨੂੰ ਪੁੱਛਣ ਲੱਗੇ ਕਿ ਬਾਬਾ ਜੀ, ਇਹ ਬੰਦਾ ਤਾਂ ਪ੍ਰਸ਼ਾਦੇ ਛਕੀ ਜਾ ਰਿਹਾ ਹੈ, ਜਿੰਨੇ ਮੈਂ ਦਿੰਦਾ ਹਾਂ ਓਨੇ ਹੀ ਅੰਦਰ ਸੁੱਟ ਲੈਂਦਾ ਹੈ। ਇੰਨੇ ਪ੍ਰਸ਼ਾਦੇ ਖਾ ਕੇ ਕਿਤੇ ਇਹ ਬਿਮਾਰ ਨਾ ਹੋ ਜੇ। ਬਾਬਾ ਜੀ ਕਹਿੰਦੇ, ਕੋਈ ਗੱਲ ਨਹੀਂ, ਜਿੰਨੇ ਖਾਂਦਾ ਹੈ ਖਾ ਲੈਣ ਦੇ। ਜੇ ਗੁਰੂ ਘਰ ਆ ਕੇ ਵੀ ਕਿਸੇ ਦੀ ਭੁੱਖ ਨਾ ਮਿਟੀ ਤੇ ਕਿੱਥੇ ਮਿਟੂਗੀ। ਇੱਕ ਵਾਰ ਉਸ ਦੀ ਭੁੱਖ ਸ਼ਾਂਤ ਕਰ ਦੇ, ਮਗਰੋਂ ਜੋ ਹੋਊ ਦੇਖ ਲਵਾਂਗੇ। ਉਸ ਬੀਬੀ ਦੇ ਭਰਾ ਨੇ 4 ਕੁ ਪ੍ਰਸ਼ਾਦੇ ਹੋਰ ਛਕੇ ਅਤੇ ਹੱਥ ਖੜ੍ਹੇ ਕਰ ਦਿੱਤੇ। ਉਹ ਲੰਗਰ ਛਕ ਕੇ ਬੜਾ ਖੁਸ਼ ਹੋਇਆ। ਬਾਬਾ ਜੀ ਨੇ ਜਦੋਂ ਵੀ ਨਿਤਨੇਮ ਕਰਨਾ ਅਤੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ, ਉਸ ਨੂੰ ਕੋਲ ਬਿਠਾ ਲੈਣਾ। ਕੁਝ ਦਿਨਾਂ ਬਾਅਦ ਬਾਬਾ ਜੀ ਨੇ ਉਸ ਨੂੰ ਇੱਕ ਮਾਲਾ ਦੇ ਦਿੱਤੀ। ਕਿਹਾ ਕਿ ਜਿੰਨਾ ਸਮਾਂ ਤੂੰ ਪਾਠ ਕਰਨ ਸਮੇਂ ਸਾਡੇ ਕੋਲ ਬੈਠਦਾ ਹੈ ਨਾ, ਓਨਾ ਸਮਾਂ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ। ਅਤੇ ਮਾਲਾ ਨੂੰ ਫੇਰਨ ਦਾ ਢੰਗ ਵੀ ਦੱਸ ਦਿੱਤਾ ਕਿ ਵਾਹਿਗੁਰੂ ਕਹਿ ਕੇ ਅਗਲਾ ਮਨਕਰਾ ਇੰਝ ਫੜਨਾ ਹੈ। ਬਾਬਾ ਜੀ ਨੇ ਕਿਹਾ ਕਿ ਚੱਲ ਮੈਨੂੰ ਇੱਕ ਵਾਰ ਕਰਕੇ ਦਿਖਾ ਕਿ ਤੂੰ ਕਿਸ ਤਰ੍ਹਾਂ ਵਾਹਿਗੁਰੂ ਕਹੇਂਗਾ। ਉਸ ਬੀਬੀ ਦੇ ਭਰਾ ਨੇ ਵਾਧੂ ਕਰਕੇ ਸਾਰੀ ਮਾਲਾ ਫੇਰ ਕੇ ਵਿਖਾ ਦਿੱਤੀ ਬਾਬਾ ਜੀ ਨੂੰ। ਬਾਬਾ ਜੀ ਉਸ ਦੇ ਪਾਸੋਂ ਬੋਲੇ ਗਏ। ਵਾਧੂ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਕਹਿਣ ਲੱਗੇ ਕਿ ਬਸ ਗੱਲ ਬਣ ਗਈ। ਤੂੰ ਹੁਣ ਸਾਰਾ ਦਿਨ ਮਾਲਾ ਫੇਰੀ ਜਾਇਆ ਕਰ ਅਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ। 2-3 ਮਹੀਨੇ ਵਿੱਚ ਹੀ ਉਸ ਬੀਬੀ ਦੇ ਵੀਰ ਦੀ ਭੁੱਖ ਵੀ ਠੀਕ ਹੋ ਗਈ ਅਤੇ ਉਸ ਨੂੰ ਚੰਗੀ ਤਰ੍ਹਾਂ ਸੁਣਨਾ ਵੀ ਸ਼ੁਰੂ ਹੋ ਗਿਆ। ਪਹਿਲਾਂ ਨਾਲੋਂ ਗੱਲਾਂ ਵੀ ਸਾਫ਼ ਕਰਨ ਲੱਗ ਗਿਆ। ਪਹਿਲਾਂ ਜਿੱਥੇ ਉਹ ਵਾਧੂ ਕਰਦਾ ਸੀ, ਹੁਣ ਥੋੜ੍ਹੇ ਜਿਹੇ ਫਰਕ ਨਾਲ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਿਆ। ਅਤੇ ਜਦੋਂ ਉਸ ਦਾ ਮਨ ਕਰਦਾ ਸੀ, ਝਾੜੂ ਲਾਉਣ ਲੱਗ ਜਾਂਦਾ, ਭਾਂਡੇ ਧੋਣ ਲੱਗ ਜਾਂਦਾ ਸੀ। ਗੁਰੂ ਪਾਤਸ਼ਾਹ ਨੇ ਇੰਨੀ ਮਿਹਰ ਕੀਤੀ ਕਿ 5-6 ਮਹੀਨਿਆਂ ਵਿੱਚ ਹੀ ਆਮ ਤਕੜੇ ਬੰਦੇ ਵਾਂਗ ਕਈ ਚਲਾਉਣ ਲੱਗ ਪਿਆ। ਜੇ ਕੋਈ ਮੰਜੇ ਦੀ ਚੂਲ ਟੁੱਟ ਜਾਣੀ, ਉਹ ਵੀ ਸਹੀ ਕਰ ਦੇਣੀ, ਕਿਉਂਕਿ ਉਸ ਦਾ ਜਨਮ ਮਿਸਤਰੀਆਂ ਦੇ ਘਰ ਦਾ ਸੀ। ਦੇਖਾ ਦੇਖੀ ਥੋੜ੍ਹਾ ਮਿਸਤਰੀਆਂ ਵਾਲਾ ਕੰਮ ਸਿੱਖ ਚੁੱਕਿਆ ਸੀ। ਕੰਮ ਕਰਦੇ ਵੀ ਉਸਨੇ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ।
ऐसी लगन लगी कि उसने सवेरे ही प्रसादा छक के कही ਰੱਬਾ ਦਾਤਰੀ ਲੈ ਕੇ ਗੁਰਦੁਆਰੇ ਦੇ ਨਾਲ ਦੇ ਜੋ ਖੇਤ ਸਨ ਉਹਨਾਂ ਵਿੱਚ ਸਬਜ਼ੀ ਲਾਉਣੀ, ਘਾਹ ਖੋਦਣ ਦੀ ਸੇਵਾ ਕਰਦੇ ਰਹਿਣਾ ਤੇ ਫਿਰ ਜਦੋਂ ਭੁੱਖ ਲੱਗਣੀ ਆ ਕੇ ਫਿਰ ਪ੍ਰਸ਼ਾਦਾ ਛਕ ਲੈਣਾ। ਇਸੇ ਤਰ੍ਹਾਂ ਹੀ ਉਸ 'ਤੇ ਸਾਰਾ ਦਿਨ ਸੇਵਾ ਕਰਦੇ ਰਹਿਣਾ। ਸਵੇਰੇ ਸ਼ਾਮ ਬਾਬਾ ਜੀ ਕੋਲ ਬੈਠ ਕੇ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਸੁਣਨਾ। ਬਾਬਾ ਜੀ ਨੇ ਉਸ ਦੀ ਸੇਵਾ ਲਗਨ ਵੇਖ ਕੇ ਦੂਸਰੇ ਸਾਲ ਉਸ ਨੂੰ 5 ਪਿਆਰਿਆਂ ਪਾਸੋਂ ਅੰਮ੍ਰਿਤ ਛਕਾ ਕੇ ਦਾਤ ਬਖਸ਼ੀ। ਬਾਬਾ ਜੀ ਨੇ ਉਸ ਬੇਸਹਾਰਾ ਭਾਈ ਸਾਹਿਬ ਨੂੰ ਗੁਰਬਾਣੀ ਅਤੇ ਸੇਵਾ ਸਿਮਰਨ ਨਾਲ ਗੁਰੂ ਨਾਲ ਜੋੜ ਦਿੱਤਾ। ਅੰਮ੍ਰਿਤ ਛਕਣ ਨਾਲ ਉਸ ਦੀ ਸੇਵਾ ਲਗਨ ਹੋਰ ਵੱਧ ਗਈ। ਉਹ ਰਾਤ ਨੂੰ ਸੁੱਤਾ ਪਿਆ ਵੀ ਗੁਰਮੰਤਰ ਦਾ ਜਾਪ ਕਰਦਾ ਰਹਿੰਦਾ ਸੀ, ਉੱਚੀ ਉੱਚੀ ਵਾਹਿਗੁਰੂ ਕਰਦਾ ਰਹਿੰਦਾ ਸੀ। ਉਸ ਦੇ ਮਨ ਵਿੱਚ ਕੋਈ ਪਾਪ ਨਹੀਂ ਸੀ, ਨਿਸ਼ਕਾਮ ਹੋ ਕੇ ਸੇਵਾ ਕਰਦਾ ਰਹਿੰਦਾ ਸੀ। ਬਾਬਾ ਜੀ ਨੇ ਦੱਸਿਆ ਕਿ ਜੋ ਮੈਂ ਇਸ ਨੂੰ ਇੱਕ ਵਾਰ ਕਿਹਾ ਕਿ ਤੂੰ ਗੁਰਮੰਤਰ ਜਾਪ ਕਰਨਾ ਹੈ, ਇਸਨੇ ਉਹੀ ਮੰਨ ਲਿਆ ਅਤੇ ਸੱਚੇ ਮਨ ਨਾਲ ਗੁਰਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਅੱਜ ਇਹ ਉਸ ਦਾ ਫਲ ਹੈ। ਇਹ ਸੁੱਤਾ ਪਿਆ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਹੈ। ਸਰੀਰ ਪਾਸੋਂ ਇਹ ਸੁੱਤਾ ਰਹਿੰਦਾ ਹੈ, ਪਰ ਰਸਨਾ ਰਾਹੀਂ ਜਾਗਦਾ ਰਹਿੰਦਾ ਹੈ। ਹੁਣ ਪ੍ਰਤੱਖ ਨੂੰ ਹੋਰ ਪ੍ਰਮਾਣ ਦੇਣ ਦਾ ਕੋਈ ਲੋੜ ਨਹੀਂ। ਜੇ ਇਸੇ ਪਾਸੇ ਲੱਗਾ ਰਿਹਾ ਨਾ, ਇਸ ਦੀ ਬਿਰਤੀ ਕਿਸੇ ਹੋਰ ਪਾਸੇ ਨਾ ਗਈ, ਤਾਂ ਸਮਝੋ ਜ਼ਿੰਦਗੀ ਦੀ ਬਾਜੀ ਜਿੱਤ ਗਿਆ। ਨਾਮ ਸਿਮਰਨ ਦੀ ਬਰਕਤ ਨਾਲ ਸਾਰਾ ਸਰੀਰ ਨਿਰੋਗ ਹੋ ਗਿਆ। ਜ਼ੁਬਾਨ ਵੀ ਚੱਲ ਪਈ, ਕੰਨਾਂ ਰਾਹੀਂ ਸੁਣਨ ਵੀ ਲੱਗ ਪਿਆ। ਸਮਾਂ ਬੀਤਦਾ ਗਿਆ, ਉਹ ਸੇਵਾ ਕਰਦਾ ਰਿਹਾ। ਨਾਮ 'ਤੇ ਹੋਰ ਆਪਣੇ ਰੰਗ ਵਿਖਾਏ। ਰਾਤ ਨੂੰ ਸੁੱਤੇ ਸਮੇਂ ਅਨਹਦ ਸ਼ਬਦ ਵੀ ਸੁਣਨੇ ਸ਼ੁਰੂ ਹੋ ਗਏ। ਉਸਨੇ ਬਾਬਾ ਜੀ ਨੂੰ ਵੀ ਆਪ ਬੀਤੀ ਸੁਣਾਈ। ਬਾਬਾ ਜੀ ਨੇ ਕਿਹਾ ਕਿ ਤੂੰ ਨਜ਼ਾਰੇ ਲਈ ਚੱਲ, ਵਾਜੇ ਸੁਣੀ ਚੱਲ। ਉਸਨੇ ਰਾਤ ਨੂੰ ਉੱਠ ਕੇ ਵੀ ਦੇਖਣਾ ਕਿ ਇਹ ਵਾਜੇ ਕਿੱਥੇ ਵੱਜ ਰਹੇ ਹਨ ਅਤੇ ਦੂਜਿਆਂ ਨੂੰ ਵੀ ਪੁੱਛਣਾ ਕਿ ਉਸ ਨੂੰ ਵੀ ਇਹ ਵਾਜੇ ਸੁਣ ਰਹੇ ਹਨ, ਪਰ ਕਿਸੇ ਨੂੰ ਨਾ ਸੁਣਨੇ। ਇਹ ਬਖਸ਼ਿਸ਼ ਵਾਹਿਗੁਰੂ ਨੇ ਸਿਰਫ ਉਹਦੇ ਉੱਪਰ ਹੀ ਕੀਤੀ ਸੀ। ਉਸਨੇ ਜੋ ਵੀ ਗੱਲ ਕਹਿਣੀ ਉਹੀ ਪੂਰੀ ਹੋ ਜਾਣੀ। ਉਸ ਦੀ ਅਵਸਥਾ ਹੀ ਇਸ ਤਰ੍ਹਾਂ ਦੀ ਬਣ ਗਈ ਸੀ। ਲੋਕਾਂ ਨੇ ਉਸ ਨੂੰ ਕੱਪੜੇ ਪਹਿਨਾ ਦੇਣੇ, ਹੋਰ ਵੀ ਲੋੜ ਦੀਆਂ ਚੀਜ਼ਾਂ ਦੇਣੀਆਂ ਅਤੇ ਗੱਲਾਂ ਪੁੱਛਣੀਆਂ। ਉਸਨੇ ਵੀ ਖੁਸ਼ ਹੋ ਕੇ ਦੱਸ ਦੇਣੀਆਂ ਅਤੇ ਉਸ ਦੀਆਂ ਕਹੀਆਂ ਸਾਰੀਆਂ ਗੱਲਾਂ ਸੱਚ ਹੋ ਜਾਣੀਆਂ। ਇਸੇ ਤਰ੍ਹਾਂ ਹੀ ਉਹ ਗੁਰਦੁਆਰੇ ਦੇ ਲੰਗਰ ਲਈ ਸਬਜ਼ੀਆਂ ਬੀਜਦਾ, ਦੁੱਧ ਇਕੱਠਾ ਕਰਦਾ ਅਤੇ ਹੋਰ ਵੀ ਬਹੁਤ ਸਾਰੀਆਂ ਸੇਵਾ ਕਰਦਾ ਰਹਿੰਦਾ। ਬਾਬਾ ਜੀ ਨੇ ਉਸ ਨੂੰ ਨਿਤਨੇਮ ਕਰਨਾ, ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਵੀ ਸਿਖਾ ਦਿੱਤਾ। ਹੁਣ ਉਹ ਕਦੇ ਕਦੇ ਸ਼੍ਰੀ ਅਖੰਡ ਪਾਠ ਸਾਹਿਬ ਵਿੱਚ ਵੀ ਪਾਠ ਕਰਨ ਲੱਗ ਪਿਆ। ਇਸ ਤਰ੍ਹਾਂ ਗੁਰੂ ਦੇ ਲੜ ਲੱਗ ਕੇ ਉਸ ਦਾ ਜੀਵਨ ਸਫਲ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।